ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਚਰਚਾ 'ਚ ਅਸੀਂ ਸੁਲਤਾਨਪੁਰ ਲੋਧੀ ਦੇ ਇਤਿਹਾਸਿਕ ਗੁਰਦੁਆਰਿਆਂ ਬਾਰੇ ਬਾਤ ਕਰਾਂਗੇ। ਅਸੀਂ ਪਿੱਛੇ ਗੱਲ ਕੀਤੀ ਕਿ ਗੁਰੂ ਨਾਨਕ ਦੇਵ ਜੀ ਜਿੱਥੇ ਤਪੱਸਿਆ ਕਰਦੇ ਸੀ, ਜਿੱਥੇ ਉਹਨਾਂ ਨੇ 14 ਸਾਲ 9 ਮਹੀਨੇ ਤੇ 13 ਦਿਨ ਇੱਕ ਥੜੇ ਤੇ ਤਪੱਸਿਆ ਕੀਤੀ, ਜਿੱਥੇ ਬੇਰ ਦਾ ਪੇੜ ਲਗਾਇਆ, ਉਹ ਗੁਰਦੁਆਰਾ ਬੇਰ ਸਾਹਿਬ ਕਹਿਲਾਉਂਦਾ ਹੈ। ਗੁਰੂ ਨਾਨਕ ਦੇਵ ਜੀ ਨੇ ਜਦ ਦਿਵ ਗਿਆਨ ਪ੍ਰਾਪਤ ਹੋਣ ਤੋਂ ਬਾਅਦ ਇਹ ਕਿਹਾ ਕਿ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ, ਤੇ ਉੱਥੇ ਦੇ ਰਾਜਾ ਦੌਲਤ ਖਾਨ ਜੀ ਔਰ ਜਿਹੜੇ ਨਮਾਜ਼ੀ ਮਸਜਿਦ ਦੇ ਸੀ, ਉਹਨਾਂ ਨੇ ਕਿਹਾ ਕਿ ਤੁਸੀਂ ਇੱਦਾਂ ਕਹਿੰਦੇ ਹੋ ਤੇ ਕੀ ਤੁਸੀਂ ਮਸਜਿਦ ਦੇ ਵਿੱਚ ਜਾ ਕੇ ਨਮਾਜ਼ ਪੜ੍ਹ ਸਕਦੇ ਹੋ? ਗੁਰੂ ਨਾਨਕ ਦੇਵ ਜੀ ਨੇ ਕਿਹਾ ਬਿਲਕੁਲ, ਔਰ ਉਹ ਉਹਨਾਂ ਦੇ ਨਾਲ ਨਮਾਜ਼ ਪੜ੍ਹਨ ਮਸਜਿਦ 'ਚ ਗਏ। ਗੁਰੂ ਨਾਨਕ ਦੇਵ ਜੀ ਖਲੋਤੇ ਰਹੇ, ਨਮਾਜ਼ ਸੰਪੂਰਨ ਹੋਈ ਤੇ ਦੌਲਤ ਖਾਨ ਜੀ ਨੇ ਔਰ ਉੱਥੇ ਦੇ ਮੌਲਵੀ ਜੀ ਨੇ ਪੁੱਛਿਆ ਕਿ ਤੁਸੀਂ ਨਮਾਜ਼ ਪੜ੍ਹਦੇ ਹੋਏ ਨਜ਼ਰ ਨਹੀਂ ਆਏ। ਤੇ ਗੁਰੂ ਨਾਨਕ ਦੇਵ ਜੀ ਨੇ ਜਵਾਬ ਦਿੱਤਾ ਕਿ ਨਮਾਜ਼ ਤੇ ਤੁਸੀਂ ਵੀ ਨਹੀਂ ਪੜ੍ਹ ਰਹੇ ਸੀ। ਉਹ ਬੜੇ ਹੈਰਾਨ ਹੋਏ, ਉਹ ਕਹਿੰਦੇ ਕਿਸ ਤਰ੍ਹਾਂ? ਉਹਨਾਂ ਨੇ ਕਿਹਾ ਕਿ ਰਾਜਾ ਜੀ, ਤੁਸੀਂ ਖਲੋਤੇ ਇੱਥੇ ਸੀ, ਨਮਾਜ਼ ਪੜ੍ਹ ਰਹੇ ਸੀ, ਪਰ ਤੁਹਾਡਾ ਧਿਆਨ ਅਫਗਾਨਿਸਤਾਨ ਦੇ ਵਿੱਚ ਜਿਹੜੇ ਤੁਸੀਂ ਘੋੜਿਆਂ ਦੀ ਬੋਲੀ ਲਗਾਈ ਹੈ, ਜਿਹੜੇ ਘੋੜੇ ਖਰੀਦਣੇ ਹੈ, ਉੱਥੇ ਸੀ। ਔਰ ਮੌਲਵੀ ਜੀ, ਤੁਹਾਡੇ ਘਰ ਜਿਹੜੀ ਘੋੜੀ ਨੇ ਬੱਚਾ ਦਿੱਤਾ ਹੈ, ਤੁਹਾਨੂੰ ਉੱਥੇ ਦੀ ਚਿੰਤਾ ਹੈ ਕਿ ਉਹਦੇ ਲਾਗੇ ਇੱਕ ਖੂਹੀ ਹੈ, ਕਿਤੇ ਉਹ ਘੋੜੇ ਦਾ ਬੱਚਾ ਉਸ 'ਚ ਨਾ ਡਿੱਗ ਪਵੇ। ਉਹ ਦੋਨਾਂ ਨੇ ਇਹ ਜਾਣ ਕੇ ਕਿ ਸੱਚ ਉਹ ਇਹੋ ਹੀ ਸੋਚ ਰਹੇ ਸੀ, ਗੁਰੂ ਨਾਨਕ ਦੇਵ ਜੀ ਨੇ ਉਪਦੇਸ਼ ਦਿੱਤਾ ਕਿ ਤੁਹਾਡਾ ਮਨ ਤੇ ਇੱਥੇ ਨਹੀਂ ਹੈ, ਤੇ ਜਦ ਮਨ ਔਰ ਸਰੀਰ ਇੱਕੋ ਜਗ੍ਹਾ ਹੋਣ ਤਾਂ ਅਸੀਂ ਪਰਮਾਤਮਾ ਦੇ ਨਾਲ ਜੁੜਦੇ ਹਾਂ। ਤੇ ਚੂੰਕਿ ਅੰਤਰਯਾਮੀ ਹੋਣਾ ਮਤਲਬ ਜਿਹਨੂੰ ਪ੍ਰੈਜ਼ੈਂਟ ਪਾਸਟ ਫਿਊਚਰ ਆਕਾਸ਼ ਪਾਤਾਲ ਦੀ ਜਾਣਕਾਰੀ ਵੀ ਹੋਵੇ, ਉਹਨੂੰ ਅੰਤਰਯਾਮੀ ਕਹਿੰਦੇ ਹੈ, ਔਰ ਇਹਨੂੰ ਪੰਜਾਬੀ 'ਚ ਅੰਤਰਆਤਮਾ ਕਹਿੰਦੇ ਹੈ। ਔਰ ਉੱਥੇ ਗੁਰਦੁਆਰਾ ਅੰਤਰਆਤਮਾ ਸਥਾਪਿਤ ਹੈ। ਤੀਸਰਾ ਗੁਰਦੁਆਰਾ ਉੱਥੇ ਹੈ ਗੁਰੂ ਕਾ ਬਾਗ। ਸਾਨੂੰ ਪਤਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੀ ਗ੍ਰਸਤੀ ਉੱਥੇ ਸਜਾਈ ਤੇ ਉੱਥੇ ਹੀ ਜੋ ਹੈ ਉਹ ਆਪਣੀ ਔਲਾਦ ਪਾਈ। ਗੁਰੂ ਨਾਨਕ ਦੇਵ ਜੀ ਜਿੱਥੇ ਰਹਿੰਦੇ ਸੀ, ਉਸ ਗੁਰਦੁਆਰੇ ਨੂੰ ਗੁਰੂ ਕਾ ਬਾਗ ਗੁਰਦੁਆਰਾ ਕਹਿੰਦੇ ਹੈ। ਔਰ ਗੁਰਦੁਆਰਾ ਉਸ ਵੇਲੇ ਸਥਾਪਿਤ ਹੋਇਆ, ਉਹਨਾਂ ਨੇ ਇੱਕ ਮਿਸ਼ਨ ਸ਼ੁਰੂ ਕੀਤਾ ਕਿ ਅੱਜ ਤੋਂ ਬਾਅਦ ਅਸੀਂ ਪੂਰੀ ਦੁਨੀਆ ਨੂੰ ਉਪਦੇਸ਼ ਦੇਣਾ ਹੈ। ਔਰ ਉਸ ਸਮੇਂ ਗੁਰਦੁਆਰੇ ਨੂੰ ਧਰਮਸ਼ਾਲ ਕਹਿੰਦੇ ਸੀ, ਤੇ ਪ੍ਰਥਮ ਧਰਮਸ਼ਾਲ ਗੁਰੂ ਕਾ ਬਾਗ ਮੰਨਿਆ ਜਾਂਦਾ ਹੈ। ਹੋਰ ਵੀ ਉੱਥੇ ਕਈ ਗੁਰਦੁਆਰੇ ਹੈ ਜੋ ਇਤਿਹਾਸ ਦੇ ਵਿੱਚ ਬਹੁਤ ਹੀ ਪ੍ਰਸਿੱਧ ਹੈ। ਬੇਈ ਨਦੀ ਦੇ ਕਿਨਾਰੇ 13 ਸੀੜੀਆਂ ਹੈ, ਤੇ ਇਹ 13 ਸੀੜੀਆਂ ਉਸੇ 13 ਨਾਂ ਦੇ ਨਾਂ ਬਣੀਆਂ ਹੈ, ਜਿਹਨੂੰ ਪਰਮਾਤਮਾ ਨੇ ਨੂੰ ਯਾਦ ਕਰਦੇ ਹੋਏ ਗੁਰੂ ਨਾਨਕ ਦੇਵ ਜੀ ਨੇ 13 ਉਚਾਰਨ ਕੀਤਾ ਸੀ। ਦੂਸਰਾ ਗੁਰਦੁਆਰਾ ਹੈ ਗੁਰਦੁਆਰਾ ਹਟ ਸਾਹਿਬ, ਜਿੱਥੇ ਗੁਰੂ ਨਾਨਕ ਦੇਵ ਜੀ ਐਜ਼ ਏ ਮੋਦੀ ਅਨਾਜ ਤੋਲਦੇ ਸੀ। ਉੱਥੇ ਜਿਸ ਵਟਿਆਂ ਦੇ ਨਾਲ ਵੇਟਾਂ ਦੇ ਨਾਲ ਤਰਾਜੂ ਦੇ ਵਿੱਚ ਜਿਹੜੇ ਵਜ਼ਨ ਰੱਖੇ ਦੇ, ਉਹ ਵਜ਼ਨ ਅੱਜ ਵੀ ਹੈ। ਉਹਨਾਂ ਦੇ ਦਰਸ਼ਨ ਹੋਏ ਮੈਨੂੰ, ਮੈਂ ਬਹੁਤ ਵਡਭਾਗੀ ਹਾਂ। ਸੁਲਤਾਨਪੁਰ ਲੋਧੀ ਗੁਰੂ ਨਾਨਕ ਦੇਵ ਜੀ ਯਾਤਰਾ ਪੂਰੀ ਹੁੰਦੀ ਹੈ, ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਇੱਥੋਂ ਹੁਣ ਯਾਤਰਾ ਕਰਨੀ ਹੈ ਸਮਸਤ ਜਗਤ ਦੀ। ਉਸ ਧਾਰਮਿਕ ਯਾਤਰਾ ਨੂੰ ਕਹਿੰਦੇ ਆ ਉਦਾਸੀਆਂ। ਇਤਿਹਾਸ ਦੇ ਵਿੱਚ ਹਮੇਸ਼ਾ ਯਾਦ ਰੱਖਣਾ ਹੈ ਕਿ ਜਦ ਇਤਿਹਾਸ ਅਸੀਂ ਬਹੁਤ ਸਾਰੇ ਮਾਧਿਅਮ ਤੋਂ ਪੜ੍ਹਾਂਗੇ ਤਾਂ ਥੋੜ੍ਹੀ ਘੱਟ ਵੱਧ ਸਾਨੂੰ ਨਜ਼ਰ ਆਏਗੀ, ਕਿਉਂਕਿ ਇੱਕ ਲੰਬੇ ਸਮੇਂ ਤੋਂ ਬਾਅਦ ਕਈ ਲੇਖਕ ਜੋ ਹੈ ਉਹ
ਕਿਤੇ ਨਾ ਕਿਤੋਂ ਆਪਣੀ ਰਿਸਰਚ ਕਰਕੇ ਲਿਖਦੇ। ਕਿਤੇ 4 ਉਦਾਸੀਆਂ ਦੱਸੀ ਜਾਂਦੀਆਂ ਹੈ, ਕਿਤੇ 5 ਔਰ ਕਿਤੇ 3 ਵੀ। ਉਦਾਸੀਆਂ ਦੇ ਵਿੱਚ ਅਸੀਂ ਅਗਲੀ ਚਰਚਾ ਦੇ ਵਿੱਚ ਜਾਵਾਂਗੇ। ਇੱਥੇ ਹੁਣ ਅਸੀਂ ਇੱਕ ਗੱਲ ਸਮਝ ਗਏ ਹਾਂ ਕਿ ਗੁਰੂ ਨਾਨਕ ਦੇਵ ਜੀ ਹੁਣ ਉਹਨਾਂ ਦਾ ਸਿਧਾਂਤ ਤੇ ਪਰਪਸ ਕੀ ਹੈ। ਗੁਰੂ ਨਾਨਕ ਦੇਵ ਜੀ ਤੋਂ 100 200 300 ਸਾਲ ਪਹਿਲੋਂ ਵੀ ਜਿਹੜੇ ਸੰਤ ਮਹਾਤਮਾ ਆਏ, ਉਹਨਾਂ ਦੀ ਵੀ ਬਾਣੀ ਗੁਰੂ ਨਾਨਕ ਦੇਵ ਜੀ ਨੇ ਮਾਫ ਕਰਿਓ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕਿਤ ਕੀਤੀ। ਅਸੀਂ ਇਹ ਜਾਣ ਚੁੱਕੇ ਹਾਂ ਕਿ ਸਾਡੇ ਆਪਣੇ ਗੁਰੂਆਂ ਨੇ ਆਪਣੇ ਨਾਂ ਤੇ ਨਹੀਂ ਲਿਖੇ ਜਾਂ ਲਿਖਵਾਏ, ਉਹਨਾਂ ਦੀ ਜਗ੍ਹਾ ਉਹਨਾਂ ਨੇ ਮਹੱਲਾ ਲਿਖਵਾਇਆ। ਲੇਕਿਨ ਗੁਰੂ ਨਾਨਕ ਦੇਵ ਜੀ ਨੇ ਜਿਨ੍ਹਾਂ ਵੀ ਮਹਾਂਪੁਰਸ਼ਾਂ ਸੰਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕਿਤ ਕੀਤੀ ਕਰਵਾਈ, ਉਹਨਾਂ ਦੇ ਨਾਂ ਜ਼ਰੂਰ ਹੈ। ਤੁਸੀਂ ਦੇਖਦੇ ਹੋਵੋਗੇ ਭਾਈ ਰਵਿਦਾਸ, ਭਾਈ ਕਬੀਰ। ਇਹ ਬਹੁਤ ਵੱਡੀ ਗੱਲ ਹੈ। ਜਦ ਤੁਹਾਡਾ ਅਹਿਮ ਗਿਰ ਪੈਂਦਾ ਹੈ ਜਾਂ ਗਲ ਜਾਂਦਾ ਹੈ, ਜਾਂ ਤੁਹਾਡਾ ਅਹਿਮ ਜਦ ਮੈਚੋਰ ਹੋ ਜਾਂਦਾ ਹੈ, ਪਰਮਾਤਮਾ ਆਪੇ ਹੀ ਤੁਰ ਕੇ ਤੁਹਾਡੀ ਆਤਮਾ ਦੇ ਵਿੱਚ ਸਮਾ ਜਾਂਦਾ ਹੈ, ਤੁਹਾਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਇਸ ਉਦਾਸੀ ਦੇ ਵਿੱਚ ਇਸ ਜਗ੍ਹਾ ਦਾ ਅਰਥ ਹੈ ਜਿਹੜੀ ਜਗ੍ਹਾ ਤੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ, ਜਨਮ ਹੋਇਆ, ਇੱਥੇ ਜਿਹੜਾ ਧਰਮ ਉਸ ਵੇਲੇ ਚੱਲ ਰਹੇ ਸੀ, ਉਹਦੇ ਵਿੱਚ ਅਸੀਂ ਬਿਲਕੁਲ ਆਦਰ ਦੇ ਨਾਲ ਬਿਨਾਂ ਨਿੰਦਾ ਕੀਤੇ ਇਹ ਜਾਣਦੇ ਹਾਂ ਕਿ ਜਦ ਵੀ ਕੋਈ ਨਦੀ ਬਹੁਤ ਦੂਰ ਤੱਕ ਸਫ਼ਰ ਕਰਦੀ ਹੈ ਤੇ ਉਹਦੇ ਵਿੱਚ ਲਾਜ਼ਮੀ ਹੈ ਕੋਈ ਨਾ ਕੋਈ ਗੰਦਗੀ ਜਾਂ ਮੈਲ ਆਸ-ਪਾਸ ਦੀ ਆ ਜਾਂਦੀ ਹੈ। ਉਸੇ ਤਰ੍ਹਾਂ ਇੱਥੇ ਧਰਮ ਦੇ ਵਿੱਚ ਵੀ ਸ਼ੁਰੂ ਹੋਇਆ ਕਿ ਕਈ ਐਸੇ ਵਿਗਾੜ ਆ ਗਏ ਜਦ ਧਰਮ ਨੂੰ ਪੜ੍ਹਨ ਪੜ੍ਹਾਉਣ ਵਾਲੇ ਆਪਣੀ ਪੂਜਾ ਪਾਠ ਕਰਵਾਉਣ ਲੱਗ ਪਏ। ਗੁਰੂ ਨਾਨਕ ਦੇਵ ਜੀ ਤੋਂ ਪਹਿਲੋਂ ਬਾਅਦ ਦੇ ਵਿੱਚ ਜਿੰਨਾ ਵੀ ਸੰਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, ਸਾਰਿਆਂ ਦੀ ਸਿੱਖ ਇੱਕੋ ਹੀ ਸੀ, ਮਗਰ ਉਹਨਾਂ ਦੇ ਤਰੀਕੇ ਕਈਆਂ ਦੇ ਅੱਡ ਸੀ, ਕਈਆਂ ਦੇ ਕੁਝ ਐਗਰੈਸਿਵ ਰਿਵੋਲੂਸ਼ਨਰੀ ਤਰੀਕੇ ਸੀ। ਗੁਰੂ ਨਾਨਕ ਦੇਵ ਜੀ ਦੇ ਜਿਹੜੇ ਤਰੀਕੇ ਉਹਨਾਂ ਨੇ ਉਦਾਸੀਆਂ 'ਚ ਅਪਣਾਉਣੇ ਹੈ, ਉਹ ਤਰੀਕੇ ਹੈ ਡਿਪਲੋਮੈਟਿਕ, ਅਰਥਾਤ ਪਿਆਰ ਨਾਲ ਉਦਾਹਰਣ ਦੇ ਕੇ ਸਮਝਾਉਣਾ। ਉਹ ਅਗਲੀ ਉਦਾਸੀਆਂ 'ਚ ਅਸੀਂ ਚਰਚਾ ਕਰਾਂਗੇ। ਉਹਨਾਂ ਸੰਤਾਂ ਦੀ ਵੀ ਇੱਕੋ ਹੀ ਸਿੱਖ ਸੀ, ਉਹ ਪਰਮਾਤਮਾ ਇੱਕ ਹੈ, ਉਹਦੇ ਬਹੁਤ ਰੂਪ ਨਹੀਂ ਹੈ, ਉਹਨਾਂ ਦੀ ਮੂਰਤੀ ਅਸੀਂ ਬਣਾ ਕੇ ਅਸੀਂ ਹੀ ਪੂਜਾ ਨਹੀਂ ਕਰ ਸਕਦੇ, ਅਰਥਾਤ ਮੂਰਤੀ ਪੂਜਾ ਨਹੀਂ ਹੈ। ਔਰ ਮੈਂ ਕੁਛ ਨਹੀਂ ਹਾਂ, ਯਾਨੀ ਮੈਂ ਗੁਰੂ ਨਾਨਕ ਦੇਵ ਜੀ ਸੇਵਕ ਹਾਂ, ਜਨਮ ਹਾਂ, ਸਰਵੈਂਟ ਹਾਂ। ਮੈਂ ਕਿਤੇ ਜਗ੍ਹਾ ਲਿਖਿਆ ਕੁਕਰ ਹਾਂ, ਕੁੱਤਾ ਕਹਿੰਦੇ, ਅਰਥਾਤ ਮੈਂ ਉਹ ਨਿਰਾਕਾਰ ਦੀ ਬਾਣੀ ਨੂੰ ਤੁਹਾਨੂੰ ਦੱਸ ਰਿਹਾ, ਜਗਤ ਨੂੰ ਦੱਸ ਰਿਹਾ। ਜਿਸ ਤਰ੍ਹਾਂ ਇਸਲਾਮ ਦੇ ਵਿੱਚ ਹਜ਼ਰਤ ਮੁਹੰਮਦ ਸਾਹਿਬ ਨੇ ਇਹ ਸਾਨੂੰ ਦੱਸਿਆ ਕਿ ਆਕਾਸ਼ਵਾਣੀ ਹੋਈ, ਪਰਮਾਤਮਾ ਤੋਂ ਇੱਕ ਬਾਣੀ ਉਹਨਾਂ ਤੱਕ ਆਈ, ਔਰ ਇਹ ਅਸੀਂ ਜਾਣਦੇ ਹਾਂ ਕਿ ਉਹ ਲਿਖ ਪੜ੍ਹ ਨਹੀਂ ਸਕਦੇ ਸੀ, ਔਰ ਉਹ ਬਾਣੀ ਉਹਨਾਂ ਨੇ ਉਚਾਰਨ ਕੀਤੀ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੂੰ ਵੀ ਜਦ ਇਹ ਬਾਣੀ ਆਉਂਦੀ ਸੀ, ਉਹਨਾਂ ਨੂੰ ਨਹੀਂ ਪਤਾ ਹੁੰਦਾ ਸੀ, ਉਸੇ ਵੇਲੇ ਉਹ ਮਰਦਾਨੇ ਜੀ ਨੂੰ ਕਹਿੰਦੇ ਸੀ, ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਇਹ ਬਾਣੀ ਗਾ ਕੇ ਉਚਾਰਿਤ ਕੀਤੀ ਹੈ। ਇਸੇ ਕਰਕੇ ਜੋ ਹੈ ਸਾਡੇ ਗ੍ਰੰਥ ਜੋ ਹੈ ਉਹ ਕਲਾਸੀਕਲ ਰਾਗਾਂ ਦੇ ਵਿੱਚ ਲਿਖੇ ਗਏ ਹੈ। ਤੇ ਗੁਰੂ ਨਾਨਕ ਦੇਵ ਜੀ ਔਰ ਹਜ਼ਰਤ ਮੁਹੰਮਦ ਸਾਹਿਬ ਜੀ, ਇਹਨਾਂ ਨੇ ਆਪਣੀ ਪੂਜਾ ਨਹੀਂ ਕਰਵਾਈ। हज़रत मोहम्मद साहब भी कहते हैं तो ईसा मसीह जी भी कहते हैं, हम गॉड के सन हैं, हम उनके बेटे हैं। आज की चर्चा च इन्ना ही। अगली बारी ये निवेदन रहेगा कि असी सुल्तानपुर लोधी साहब के भी दर्शन करिए, और मैं निवेदन अपने तौर पर कराँगा कि मैं अज तो सुल्तानपुर लोधी साहिब ਕਵਾਂਗਾ, ਕਿਉਂਕਿ ਉਹ ਤੀਰਥ ਸਥਲ ਹੈ ਸਾਡਾ। ਉੱਥੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਉਹ ਸਮੇਂ ਬਿਤਾਇਆ ਜਦ ਗੁਰੂ ਨਾਨਕ ਦੇਵ ਜੀ ਤੋਂ ਸਭ ਕੁਝ ਇਸ ਜਗਤ ਨੂੰ ਮਿਲਿਆ। ਅੱਜ ਦੀ ਚਰਚਾ 'ਚ ਇੰਨਾ ਹੀ।
ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।